नमस्कार। खबरें दे इस बुलेटिन में तुहाडा स्वागत है। मैं है परमिंदर सिंह। पहला पेश ने चोणवीं खबरां। प्रधानमंत्री नरेंद्र मोदी ने दोहराया कि खेती सुधारां तो बाद किसानां लई नवे बाजार खुल्लणगे। फिक्की दी 93ਵੀਂ सालाना आम सभा ते सालाना कन्वेंशन ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਖੇਤੀ ਸੈਕਟਰ ਤੇ ਇਸ ਨਾਲ ਜੁੜੇ ਖੇਤੀ ਮੂਲ ਢਾਂਚਾ, ਫੂਡ ਪ੍ਰੋਸੈਸਿੰਗ, ਸਟੋਰੇਜ, ਕੋਲਡ ਚੇਨ ਆਦਿ ਸੈਕਟਰਾਂ ਵਿੱਚ ਜੋ ਦੁਆਰ ਬਣੀ ਸੀ ਉਸ ਨੂੰ ਹਟਾਇਆ ਜਾ ਰਿਹਾ ਹੈ। ਨਵੇਂ ਖੇਤੀ ਕਾਨੂੰਨ ਤਹਿਤ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਵਿੱਚ ਖਰੀਦ ਕੰਪਨੀ ਵੱਲੋਂ ਸਮਝੌਤੇ ਅਨੁਸਾਰ ਝੋਨੇ ਦੀ ਖਰੀਦ ਨਾ ਕਰਨ ਤੇ ਪ੍ਰਸ਼ਾਸਨ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਕਿਸਾਨਾਂ ਨੂੰ ਇਨਸਾਫ ਦਿਵਾਇਆ। ਭਾਰਤ ਨੇ ਕਿਹਾ ਹੈ ਕਿ ਪਿਛਲੇ 6 ਮਹੀਨਿਆਂ ਵਿੱਚ ਅਸਲ ਕੰਟਰੋਲ ਰੇਖਾ LAC ਤੇ ਚੀਨ ਦੀ ਕਾਰਵਾਈ ਸ਼ਾਂਤੀ ਅਤੇ ਸਦਭਾਵਨਾ ਯਕੀਨੀ ਬਣਾਉਣ ਦੇ ਦੁਵੱਲੇ ਸਮਝੌਤਿਆਂ ਦਾ ਉਲੰਘਣ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਦੀ ਦਰ ਵੱਧ ਕੇ 94.89% ਤੱਕ ਪਹੁੰਚੀ। ਹੁਣ ਤੱਕ ਦੇਸ਼ ਵਿੱਚ 93,24,000 ਤੋਂ ਵੱਧ ਮਰੀਜ਼ ਕੋਰੋਨਾ ਤੋਂ ਠੀਕ ਹੋਏ। ਦੇਸ਼ ਦੇ ਬਾਕੀ ਹਿੱਸਿਆਂ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਕੌਮੀ ਲੋਕ ਅਦਾਲਤਾਂ ਲਗਾਈਆਂ ਗਈਆਂ। ਲਾਭਪਾਤਰੀਆਂ ਨੇ ਕੇਸਾਂ ਦੇ ਨਿਪਟਾਰੇ ਤੇ ਤਸੱਲੀ ਜਤਾਈ। ਪੰਜਾਬ ਵਿੱਚ 700 ਕੋਲਡ ਚੇਨ ਪੁਆਇੰਟਾਂ ਨਾਲ ਕੋਵਿਡ ਵੈਕਸੀਨ ਦੀ ਸ਼ੁਰੂਆਤ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਬੀਤੀ ਰਾਤ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਦਰਜ ਕੀਤੀ ਗਈ। ਮੌਸਮ ਵਿਭਾਗ ਨੇ 2 ਦਿਨ ਪੰਜਾਬ ਵਿੱਚ ਕੁਝ ਥਾਈਂ ਸੰਘਣੀ ਧੁੰਦ ਪੈਣ ਬਾਰੇ ਅਲਰਟ ਜਾਰੀ ਕੀਤਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਹਰਾਇਆ ਕਿ ਖੇਤੀ ਸੁਧਾਰਾਂ ਤੋਂ ਬਾਅਦ ਕਿਸਾਨਾਂ ਲਈ ਨਵੇਂ ਬਾਜ਼ਾਰ ਖੁੱਲ੍ਹਣਗੇ। ਅੱਜ ਫਿੱਕੀ ਦੀ 93ਵੀਂ ਸਾਲਾਨਾ ਆਮ ਸਭਾ ਅਤੇ ਸਾਲਾਨਾ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਖੇਤੀ ਸੈਕਟਰ ਅਤੇ ਇਸ ਨਾਲ ਜੁੜੇ ਖੇਤੀ ਮੂਲ ਢਾਂਚਾ, ਫੂਡ ਪ੍ਰੋਸੈਸਿੰਗ, ਸਟੋਰੇਜ, ਕੋਲਡ ਚੇਨ ਆਦਿ ਸੈਕਟਰਾਂ ਵਿੱਚ ਜੋ ਦੀਵਾਰ ਬਣੀ ਸੀ ਉਸ ਨੂੰ ਹਟਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਸੁਧਾਰਾਂ ਤੋਂ ਬਾਅਦ ਕਿਸਾਨਾਂ ਨੂੰ ਨਵੇਂ ਬਾਜ਼ਾਰ ਮਿਲਣਗੇ, ਨਵੇਂ ਬਦਲ ਖੁੱਲ੍ਹਣਗੇ, ਟੈਕਨੋਲੋਜੀ ਦਾ ਲਾਭ ਮਿਲੇਗਾ ਅਤੇ ਦੇਸ਼ ਦਾ ਕੋਲਡ ਸਟੋਰੇਜ ਅਤੇ ਮੂਲ ਢਾਂਚਾ ਆਧੁਨਿਕ ਹੋਏਗਾ। ਉਹਨਾਂ ਕਿਹਾ ਕਿ ਇਸ ਸਭ ਨਾਲ ਖੇਤੀ ਖੇਤਰ ਵਿੱਚ ਵਧੇਰੇ ਨਿਵੇਸ਼ ਹੋਵੇਗਾ ਅਤੇ ਇਸ ਦਾ ਫਾਇਦਾ ਸਭ ਤੋਂ ਵੱਧ ਦੇਸ਼ ਦੇ ਕਿਸਾਨਾਂ ਨੂੰ ਹੋਵੇਗਾ। कि पहले के समय की नीतियों ने कई क्षेत्रों में एग्रीकल्चर सेक्टर और उससे जुड़े अन्य क्षेत्रों, चाहे वो एग्रीकल्चर इंफ्रास्ट्रक्चर हो, फूड प्रोसेसिंग हो, स्टोरेज हो, कोल्ड चेन हो, इनके बीच पहले हमने ही ऐसी दीवारें देखी हैं। अब ये सभी दीवारें हटाई जा रही हैं, सभी अड़चनें हटाई जा रही हैं। इन दीवारों के हटने के बाद, इन रिफॉर्म्स के बाद किसानों को नए बाजार मिलेंगे, नए विकल्प मिलेंगे, उन्हें टेक्नोलॉजी का ज्यादा लाभ मिलेगा। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦਾ ਵਿਸ਼ਵਾਸ ਜੋ ਪਿਛਲੇ 6 ਸਾਲਾਂ ਦੌਰਾਨ ਭਾਰਤ 'ਤੇ ਬਣਿਆ ਸੀ ਉਹ ਬੀਤੇ ਮਹੀਨਿਆਂ ਵਿੱਚ ਹੋਰ ਜ਼ਿਆਦਾ ਮਜ਼ਬੂਤ ਹੋਇਆ ਹੈ। ਉਹਨਾਂ ਕਿਹਾ ਕਿ FDI ਹੋਵੇ ਜਾਂ FPI, ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤ ਵਿੱਚ ਰਿਕਾਰਡ ਨਿਵੇਸ਼ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਨੇ। ਉਹਨਾਂ ਕਿਹਾ ਕਿ ਇਸ ਮਹਾਮਾਰੀ ਦੇ ਸਮੇਂ ਭਾਰਤ ਨੇ ਆਪਣੇ ਨਾਗਰਿਕਾਂ ਦੇ ਜੀਵਨ ਨੂੰ ਸਰਵਉੱਚ ਪਹਿਲ ਦਿੱਤੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਦਾ ਜੀਵਨ ਬਚਾਇਆ ਹੈ। ਅੱਜ ਇਸ ਦਾ ਨਤੀਜਾ ਦੇਸ਼ ਅਤੇ ਦੁਨੀਆ ਦੇਖ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਜਿਸ ਤਰ੍ਹਾਂ ਬੀਤੇ ਕੁਝ ਮਹੀਨਿਆਂ ਵਿੱਚ ਇਕਜੁੱਟ ਹੋ ਕੇ ਕੰਮ ਕੀਤਾ ਹੈ ਅਤੇ ਹਾਲਾਤ ਨੂੰ ਸੰਭਾਲਿਆ ਹੈ, ਉਸ ਨੇ ਪੂਰੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਹੈ। 2020 के इस साल ने सभी को मात दे दी है। इतने उतार चढ़ाव से देश गुजरा है, पूरी दुनिया गुजरी है कि कुछ वर्षों बाद जब हम कोरोना काल को याद करेंगे तो शायद यकीन ही नहीं आएगा। लेकिन इससे भी सबसे अच्छी बात रही है, जितनी तेजी से हालत बिगड़े उतनी ही तेजी के साथ सुधर भी रहे हैं।
ਨਵੇਂ ਖੇਤੀ ਕਾਨੂੰਨ ਤਹਿਤ ਮੱਧ ਪ੍ਰਦੇਸ਼ ਵਿੱਚ ਪ੍ਰਸ਼ਾਸਨ ਵੱਲੋਂ ਤੇਜ਼ੀ ਵਿਖਾਉਂਦਿਆਂ 24 ਘੰਟਿਆਂ ਵਿੱਚ ਕਿਸਾਨਾਂ ਨੂੰ ਨਿਆਂ ਦਿਵਾਉਣ ਦੀ ਮਿਸਾਲ ਸਾਹਮਣੇ ਆਈ ਹੈ। ਕਿਸਾਨਾਂ ਨਾਲ ਕੰਟਰੈਕਟ ਦੇ ਬਾਵਜੂਦ ਫਾਰਚੂਨ ਰਾਈਸ ਮਿਲਜ਼ ਕੰਪਨੀ ਦਿੱਲੀ ਵੱਲੋਂ ਝੋਨੇ ਦੀ ਖਰੀਦ ਨਾ ਕੀਤੇ ਜਾਣ ਕਰਕੇ ਮੱਧ ਪ੍ਰਦੇਸ਼ ਦੇ ਖੇਤੀ ਵਿਭਾਗ ਵੱਲੋਂ ਤੇਜ਼ੀ ਨਾਲ ਕਾਰਵਾਈ ਕੀਤੀ ਗਈ। ਨਵੇਂ ਖੇਤੀ ਕਾਨੂੰਨ ਕਿਸਾਨ ਸ਼ਕਤੀਕਰਨ ਅਤੇ ਸੁਰੱਖਿਆ ਸਮਝੌਤਾ ਮੁੱਲ ਭਰੋਸਾ ਅਤੇ ਖੇਤੀ ਸੇਵਾ ਕਾਨੂੰਨ 2020 ਦੇ ਪ੍ਰਬੰਧਾਂ ਅਨੁਸਾਰ ਕਾਰਵਾਈ ਕੀਤੀ ਗਈ। ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਦੇ ਪੀਪਰੀਆ ਤਹਿਸੀਲ ਦੇ ਪੁਖੇੜੀ ਅਤੇ ਹੋਰ ਪਿੰਡਾਂ ਦੇ ਕਿਸਾਨਾਂ ਨੇ ਮੰਡੀ ਦੇ ਉੱਚ ਪੱਧਰ ਤੇ ਝੋਨੇ ਦੀ ਖਰੀਦ ਕਰਨ ਲਈ ਜੂਨ 2020 ਵਿੱਚ ਫਾਰਚੂਨ ਰਾਈਸ ਮਿਲਜ਼ ਕੰਪਨੀ ਦਿੱਲੀ ਵੱਲੋਂ ਲਿਖਤੀ ਸਮਝੌਤਾ ਕੀਤਾ ਗਿਆ ਸੀ। ਕੰਪਨੀ ਵੱਲੋਂ ਸ਼ੁਰੂ ਵਿੱਚ ਸਮਝੌਤਾ ਅਨੁਸਾਰ ਖਰੀਦ ਕੀਤੀ ਜਾਂਦੀ ਰਹੀ, ਪਰ ਝੋਨੇ ਦੀ ਕੀਮਤ 3000 ਰੁਪਏ ਫੀ ਕੁਇੰਟਲ ਹੋਣ ਤੇ 9 ਦਸੰਬਰ ਨੂੰ ਕੰਪਨੀ ਦੇ ਕਰਮਚਾਰੀਆਂ ਨੇ ਖਰੀਦ ਬੰਦ ਕਰਕੇ ਆਪਣੇ ਫੋਨ ਬੰਦ ਕਰ ਦਿੱਤੇ। 10 ਦਸੰਬਰ ਨੂੰ ਪਿੰਡ ਪੁਖੇੜੀ ਦੇ ਕਿਸਾਨ ਪੁਸ਼ਪਰਾਜ ਪਟੇਲ ਅਤੇ ਬ੍ਰਜੇਸ਼ ਪਟੇਲ ਵੱਲੋਂ ਐਸਡੀਐਮ ਪੀਪਰੀਆ ਨੂੰ ਸ਼ਿਕਾਇਤ ਕੀਤੀ ਗਈ। ਇਸ ਸ਼ਿਕਾਇਤ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਤੀ ਵਿਭਾਗ ਭੋਪਾਲ ਤੋਂ ਦਿਸ਼ਾ ਨਿਰਦੇਸ਼ ਮੰਗੇ ਗਏ। ਕ੍ਰਿਸ਼ੀ ਵਿਭਾਗ ਵੱਲੋਂ ਉਹਨਾਂ ਨੂੰ ਕੰਟਰੈਕਟ ਫਾਰਮਿੰਗ ਐਕਟ ਦੀ ਧਾਰਾ 14 ਦੇ ਤਹਿਤ ਸਭ ਤੋਂ ਪਹਿਲਾਂ ਸਮਝੌਤਾ ਬੋਰਡ ਦੇ ਗਠਨ ਦੀ ਕਾਰਵਾਈ ਕਰਨ ਅਤੇ ਵਪਾਰੀ ਦੇ ਨਾ ਮੰਨਣ ਦੀ ਸੂਰਤ ਵਿੱਚ ਉਸ ਵਿਰੁੱਧ ਹੁਕਮ ਜਾਰੀ ਕਰਨ ਦੀ ਸਲਾਹ ਦਿੱਤੀ ਗਈ। ਇਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੀਪੀਸੀ ਨੇ ਸੰਮਨ ਜਾਰੀ ਕਰ ਫਾਰਚੂਨ ਰਾਈਸ ਲਿਮਟਿਡ ਦੇ ਅਧਿਕਾਰਤ ਪ੍ਰਤੀਨਿਧੀ ਨੂੰ 24 ਘੰਟਿਆਂ ਵਿੱਚ ਉਸ ਅੱਗੇ ਜਵਾਬ ਦੇਣ ਲਈ ਪੇਸ਼ ਹੋਣ ਲਈ ਕਿਹਾ। ਐਸਡੀਐਮ ਕੋਰਟ ਵੱਲੋਂ ਜਾਰੀ ਸੰਮਨ ਤੇ ਕੰਪਨੀ ਦੇ ਡਾਇਰੈਕਟਰ ਅਜੇ ਪਲੋਟੀਆ ਨੇ ਜਵਾਬ ਪੇਸ਼ ਕੀਤੇ ਜਾਣ ਤੇ ਕਿਸਾਨ ਸ਼ਕਤੀਕਰਨ ਅਤੇ ਸੁਰੱਖਿਆ ਸਮਝੌਤਾ ਮੁੱਲ ਭਰੋਸਾ ਅਤੇ ਖੇਤੀ ਸੇਵਾ ਕਾਨੂੰਨ 2020 ਦੀ ਧਾਰਾ 14(2)(a) ਦੇ ਤਹਿਤ ਬੋਰਡ ਦਾ ਗਠਨ ਕੀਤਾ। ਇਸ ਬੋਰਡ ਵਿੱਚ ਤਹਿਸੀਲਦਾਰ ਪੀਪਰੀਆ ਤੇ ਕਿਸਾਨ ਪ੍ਰਤੀਨਿਧੀ ਨੂੰ ਸ਼ਾਮਲ ਕੀਤਾ ਗਿਆ। ਬੋਰਡ ਸਾਹਮਣੇ ਕੰਪਨੀ ਨੇ 9 ਦਸੰਬਰ ਤੋਂ ਪਹਿਲਾਂ ਸਮਝੌਤੇ ਅਨੁਸਾਰ ਸਭ ਤੋਂ ਵੱਧ ਦਰ ਤੇ ਝੋਨੇ ਦੀ ਖਰੀਦ ਕਰਨਾ ਸਵੀਕਾਰ ਕੀਤਾ ਅਤੇ ਬਾਜ਼ਾਰ ਮੁੱਲ ਵੱਧ ਜਾਣ ਤੇ ਖਰੀਦ ਸਮਝੌਤੇ ਅਨੁਸਾਰ ਨਾ ਕਰਨ ਦੀ ਗੱਲ ਵੀ ਮੰਨੀ। ਬੋਰਡ ਵਿੱਚ ਸਹਿਮਤੀ ਦੇ ਆਧਾਰ ਤੇ ਫਾਰਚੂਨ ਰਾਈਸ ਮਿਲਜ਼ ਦਿੱਲੀ ਨੇ ਕਿਸਾਨਾਂ ਨੂੰ 50 ਰੁਪਏ ਬੋਨਸ ਸਮੇਤ 2950 ਰੁਪਏ ਫੀ ਕੁਇੰਟਲ ਰੇਟ ਦੇ ਹਿਸਾਬ ਨਾਲ ਕੁੱਲ 3000 ਰੁਪਏ ਫੀ ਕੁਇੰਟਲ ਦੀ ਦਰ ਤੇ ਝੋਨੇ ਦੀ ਖਰੀਦ ਬਾਰੇ ਸਹਿਮਤੀ ਦਿੱਤੀ ਹੈ। ਭਾਰਤ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ ਅਸਲ ਕੰਟਰੋਲ ਰੇਖਾ LAC ਤੇ ਚੀਨ ਦੀ ਕਾਰਵਾਈ ਸ਼ਾਂਤੀ ਅਤੇ ਸਦਭਾਵਨਾ ਯਕੀਨੀ ਬਣਾਉਣ ਦੇ ਦੁਵੱਲੇ ਸਮਝੌਤਿਆਂ ਦਾ ਉਲੰਘਣ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਪਿਛਲੇ 6 ਮਹੀਨਿਆਂ ਵਿੱਚ ਬਣੀ ਸਥਿਤੀ ਚੀਨ ਦੀ ਕਾਰਵਾਈ ਦਾ ਨਤੀਜਾ ਹੈ। ਚੀਨ ਨੇ ਪੂਰਬੀ ਲਦਾਖ ਵਿੱਚ LAC ਦੀ ਸਥਿਤੀ ਇੱਕ ਤਰਫਾ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਦੋਵੇਂ ਧਿਰਾਂ ਨੂੰ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾ ਕੇ ਰੱਖਣ ਲਈ 1993 ਤੇ 1996 ਵਿੱਚ ਕੀਤੇ ਗਏ ਸਮਝੌਤਿਆਂ ਸਮੇਤ ਵੱਖ-ਵੱਖ ਦੁਵੱਲੇ ਸਮਝੌਤਿਆਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਲੋੜ ਹੈ। ਬੁਲਾਰੇ ਨੇ ਕਿਹਾ ਕਿ ਭਾਰਤ ਦੁਵੱਲੇ ਸਮਝੌਤੇ ਨੂੰ ਸਵੀਕਾਰ ਕਰਦਾ ਹੈ ਤੇ ਸਰਹੱਦੀ ਮੁੱਦੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਲਈ ਵਚਨਬੱਧ ਹੈ। That we have seen since the last 6 months has been the result of the actions of the Chinese side, which has sought to effect a unilateral change in status along the line of actual control in eastern Ladakh. These actions are in violation of the bilateral agreements and protocols on ensuring peace and tranquility along the LAC in the India-China border areas. The two sides have continued to maintain communication through diplomatic and military channels. It is our expectation that further discussions ਭਾਰਤ ਵਿੱਚ ਕੋਰੋਨਾ ਵਾਇਰਸ ਨੂੰ ਠੀਕ ਹੋਣ ਦੀ ਦਰ ਵੱਧ ਕੇ 94.89% ਤੱਕ ਪਹੁੰਚ ਗਈ ਹੈ। ਬੀਤੇ 24 ਘੰਟਿਆਂ ਦੌਰਾਨ 33,494 ਮਰੀਜ਼ ਕੋਰੋਨਾ ਮੁਕਤ ਹੋਏ ਨੇ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ ਦੇਸ਼ ਵਿੱਚ 93,24,000 ਤੋਂ ਵੱਧ ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਨੇ। ਇਸ ਸਮੇਂ ਦੇਸ਼ ਭਰ ਵਿੱਚ ਹੁਣ ਤੱਕ ਕੋਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਰੀਜ਼ਾਂ ਵਿੱਚੋਂ ਸਿਰਫ 3.66% ਪੋਜ਼ੀਟਿਵ ਕੇਸ ਨੇ। ਕੌਮੀ ਪੱਧਰ ਤੇ ਐਕਟਿਵ ਕੋਰੋਨਾ ਮਰੀਜ਼ਾਂ ਦੀ ਸੰਖਿਆ 3,59,819 ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਬੀਤੇ ਦਿਨ 30,000 ਤੋਂ ਵੱਧ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ, ਜਿਸ ਮਗਰੋਂ ਦੇਸ਼ ਵਿੱਚ ਕੋਰੋਨਾ ਦੀ ਪੁਸ਼ਟੀ ਵਾਲੇ ਮਾਮਲਿਆਂ ਦੀ ਸੰਖਿਆ 98,26,000 ਤੋਂ ਪਾਰ ਹੋ ਗਈ ਹੈ। ਮੰਤਰਾਲੇ ਅਨੁਸਾਰ ਭਾਰਤ ਸਰਕਾਰ ਵੱਲੋਂ ਟੈਸਟ ਟਰੈਕ ਅਤੇ ਟ੍ਰੀਟ ਦੀ ਪਹੁੰਚ ਵਾਲੀ ਰਣਨੀਤੀ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਸਦਕਾ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਕੋਰੋਨਾ ਦੀ ਮੌਤ ਦਰ ਵਿੱਚ ਵੀ ਕਮੀ ਆ ਰਹੀ ਹੈ। ਮੌਜੂਦਾ ਸਮੇਂ ਦੇਸ਼ ਵਿੱਚ ਮੌਤ ਦਰ 1.45% ਹੈ, ਜੋ ਵਿਸ਼ਵ ਦੇ ਮੁਲਕਾਂ ਵਿੱਚ ਸਭ ਤੋਂ ਘੱਟ ਮੌਤ ਦਰਾਂ ਵਿੱਚ ਸ਼ੁਮਾਰ ਹੈ। ਬੀਤੇ ਦਿਨ ਭਾਰਤ ਵਿੱਚ 442 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ। ਹੁਣ ਤੱਕ ਕੋਰੋਨਾ ਮਹਾਮਾਰੀ ਕਾਰਨ 1,42,628 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਅੱਜ ਪੰਜਾਬ ਵਿੱਚ ਵੀ ਵੱਖ-ਵੱਖ ਸ਼ਹਿਰਾਂ ਵਿੱਚ ਕੌਮੀ ਲੋਕ ਅਦਾਲਤਾਂ ਲਗਾਈਆਂ ਗਈਆਂ। ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ, ਖਰੜ ਅਤੇ ਮੋਹਾਲੀ ਸਥਿਤ ਜੁਡੀਸ਼ੀਅਲ ਕੋਰਟਾਂ ਵਿੱਚ ਲਗਾਈਆਂ ਗਈਆਂ ਇਹਨਾਂ ਕੌਮੀ ਅਦਾਲਤਾਂ ਵਿੱਚ ਕੋਈ 2066 ਕੇਸ ਸੁਣਵਾਈ ਲਈ ਆਏ। ਇਹਨਾਂ ਕੇਸਾਂ ਦੀ ਸੁਣਵਾਈ ਲਈ 14 ਬੈਂਚ ਸਥਾਪਿਤ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 12 ਮੋਹਾਲੀ ਵਿੱਚ ਅਤੇ 2 ਡੇਰਾਬੱਸੀ ਤੇ ਖਰੜ ਵਿੱਚ ਸਥਾਪਿਤ ਕੀਤੇ ਗਏ। ਅੱਜ 896 ਕੇਸਾਂ ਨੂੰ ਆਪਸੀ ਸਹਿਮਤੀ ਨਾਲ ਹੱਲ ਕੀਤਾ ਗਿਆ। ਇਹਨਾਂ ਅਦਾਲਤਾਂ ਵਿੱਚ 53 ਕਰੋੜ 33 ਲੱਖ ਤੋਂ ਵੱਧ ਦੇ ਅਵਾਰਡ ਸੁਣਾਏ ਗਏ। ਇਹਨਾਂ ਅਦਾਲਤਾਂ ਵਿੱਚ ਆਏ ਕੇਸਾਂ ਵਿੱਚ ਬੈਂਕਾਂ, ਰਿਕਵਰੀ, ਸਿਵਲ ਅਪਰਾਧਿਕ, ਵਿਆਹ ਸ਼ਾਦੀ ਅਤੇ ਬੀਮਾ ਆਦਿ ਨਾਲ ਸੰਬੰਧਿਤ ਕੇਸ ਸ਼ਾਮਲ ਸਨ। ਇਹਨਾਂ ਅਦਾਲਤਾਂ ਦੀ ਖਾਸੀਅਤ ਇਹ ਰਹੀ ਕਿ ਕੋਵਿਡ-19 ਪ੍ਰੋਟੋਕਾਲ ਅਨੁਸਾਰ ਇਹ ਅਦਾਲਤ ਵੀ ਲਗਾਈ ਗਈ।
ਜ਼ਿਲ੍ਹਾ ਸੈਸ਼ਨਜ਼ ਜੱਜ RS ਰਾਏ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਸ਼ਿਖਾ ਗੋਇਲ ਨੇ ਇਹਨਾਂ ਅਦਾਲਤਾਂ ਦੀ ਨਿਗਰਾਨੀ ਕੀਤੀ। ਇਸ ਮੌਕੇ ਜ਼ਿਲ੍ਹਾ ਸੈਸ਼ਨਜ਼ ਜੱਜ RS ਰਾਏ ਨੇ ਅੱਜ ਹੋਏ ਫੈਸਲੇ ਬਾਰੇ ਜਾਣਕਾਰੀ ਦਿੱਤੀ। ਇਸ ਤਰ੍ਹਾਂ ਇੱਕ ਇਮੇਜ ਕਈ ਬੰਦਿਆਂ ਨੂੰ ਹੁੰਦਾ ਵੀ ਪ੍ਰੋਸੀਜਰ ਬੜਾ ਲੈਂਥੀ ਹੈ ਜੀ ਜਾਂ ਕੋਈ ਟਾਈਮ ਲੱਗਦਾ ਹੈ। ਅੱਜ ਕੱਲ ਟਾਈਮ ਦੀ ਸ਼ਾਰਟੇਜ ਹਰ ਇੱਕ ਬੰਦੇ ਕੋਲ ਹੈ। ਲੋਕ ਅਦਾਲਤ ਜਿਹੜਾ ਹੈਗਾ ਇੱਕ ਸ਼ਾਰਟੇਸਟ ਵੇ ਹੈ ਐਂਡ ਇਫੈਕਟਿਵ ਵੇ ਹੈ ਐਂਡ ਲੇਟੈਸਟ ਵੇ ਹੈ। ਵੀ ਮੈਂ ਸਮਝਦਾ ਕਿ ਲੋਕੀ ਹੁਣ ਇਹ ਚੀਜ਼ ਤੋਂ ਬੜੇ ਅਵੇਅਰ ਹੋ ਰਹੇ ਹੈ ਵੀ ਜਿਹੜੇ ਛੋਟੇ ਮੋਟੇ ਮਸਲੇ ਹੈ ਲੋਕ ਅਦਾਲਤ ਦੇ ਵਿੱਚ ਟੇਕ ਅਪ ਹੋ ਸਕਦੇ ਆ, ਉਹ ਲਿਆਣੇ ਚਾਹੀਦੇ ਆ। ਉਹ ਤੇ ਤੁਸੀਂ ਇਮੇਜਿਨ ਕਰੋ ਕਿ ਇਹ ਮਸਲੇ ਤੁਸੀਂ ਅੱਜ ਲੈ ਕੇ ਆਓ, ਅਸੀਂ ਕੱਲ ਡਿਸਾਈਡ ਕਰ ਦਾਂਗੇ ਤੇ ਉਹਦੀ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ। ਉਹਦੀ ਜਿਹੜੀ ਲੀਗਲ ਵੈਲਿਊ ਹੈ, ਜਿਹੜੀ ਲੀਗਲ ਸੈਂਕਟਿਟੀ ਹੈ, ਉਹ ਉਨੀ ਹੋ ਹੈ ਜਿੰਨੀ ਇੱਕ ਰੈਗੂਲਰ ਲੋਕ ਅਦਾਲਤ ਦੇ ਵਿੱਚ ਅਸੀਂ ਜਜਮੈਂਟ ਪਾਸ ਕਰਦੇ ਹਾਂ। ਕੌਮੀ ਲੋਕ ਅਦਾਲਤਾਂ ਰਾਹੀਂ ਕੇਸਾਂ ਦੇ ਨਿਬੇੜੇ ਤੇ ਲਾਭਪਾਤਰੀਆਂ ਨੇ ਖੁਸ਼ੀ ਜਤਾਈ। हाजी लोक अदालत में आया हूँ। मेरा तो एक बाइक चोरी हो गया था तो वो उसका केस है तो उसके लिए आया। फायदा तो वैसे यही है, फैसले डिसीजन आसानी से हो जाती है, टाइम और पैसा बचता है, हमारे को सुविधा हो जाती है। ਦੀਪਤੀ ਜੀ ਦੀ ਡੈਥ ਹੋ ਗਈ ਸੜਕ ਹਾਦਸੇ ਵਿੱਚ। ਇੰਸ਼ੋਰੈਂਸ ਕੰਪਨੀ ਨੇ ਸਾਨੂੰ ਅੱਜ 12 ਲੱਖ ਦਾ ਚੈੱਕ ਦਿੱਤਾ ਜੀ। ਅਸੀਂ ਇੰਸ਼ੋਰੈਂਸ ਕੰਪਨੀ ਦਾ ਤੇ ਲੋਕ ਅਦਾਲਤ ਦਾ ਬੜਾ ਧੰਨਵਾਦ ਕਰਦੇ ਹਾਂ। ਸਾਨੂੰ ਇਨਸਾਫ ਮਿਲਿਆ ਜੀ, ਸਾਡਾ ਕੇਸ ਸ਼ੋਲ ਹੋ ਗਿਆ, ਸਾਡਾ ਟਾਈਮ ਬਚਿਆ ਜੀ। ਲੋਕ ਅਦਾਲਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੱਜ ਸਾਹਿਬ ਦਾ, ਵਕੀਲ ਸਾਹਿਬ ਦਾ ਜੀ। ਮਾਨਯੋਗ ਲੋਕ ਅਦਾਲਤ ਵਿੱਚ ਕੇਸ ਚੱਲ ਰਿਹਾ ਹੈਗਾ ਪਾਣੀ ਦੇ ਮਸਲੇ ਉੱਤੇ। ਪਾਣੀ ਦੇ ਰੇਟ ਜਿਹੜੇ 2 ਰੇਟ ਕੀਤੇ ਹੋਏ ਨੇ ਸਰ। ਜਿਹੜਾ ਸਾਡਾ ਕੇਸ ਹੈਗਾ ਅੱਜ ਉਹਦੇ ਤੇ ਸੀਗਾ, ਗਵਾਹੀਆਂ ਤੇ ਸੀਗਾ ਤੇ ਜਦੋਂ ਸਾਡੇ ਵਕੀਲ ਸਾਹਿਬ ਨੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਬਠਿੰਡਾ ਵਿੱਚ ਇੱਕ ਕੌਮੀ ਲੋਕ ਅਦਾਲਤ ਲਗਾਈ ਗਈ। ਕੋਵਿਡ-19 ਕਾਰਨ ਲਗਾਏ ਗਏ ਲਾਕਡਾਊਨ ਦੇ ਹਟਣ ਤੋਂ ਬਾਅਦ ਆਯੋਜਿਤ ਇਸ ਪਹਿਲੀ ਲੋਕ ਅਦਾਲਤ ਵਿੱਚ ਜ਼ਿਆਦਾਤਰ ਪਰਿਵਾਰਕ ਝਗੜਿਆਂ ਦੇ ਫੈਸਲੇ ਕਰਵਾਏ ਗਏ। ਸਿਵਲ ਜੱਜ CJM ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਸ਼ੋਕ ਚੌਹਾਨ ਨੇ ਦੱਸਿਆ ਕਿ ਲੋਕ ਅਦਾਲਤਾਂ ਵਿੱਚ ਘਰੇਲੂ ਝਗੜਿਆਂ, ਪੈਸੇ ਦੇ ਲੈਣ ਦੇਣ ਵਾਲੇ ਕੇਸਾਂ ਤੇ ਹਰ ਉਸ ਕੇਸ ਨੂੰ ਲਿਆ ਜਾਂਦਾ ਹੈ ਜਿਸ ਵਿੱਚ ਰਾਜ਼ੀਨਾਮਾ ਕਰਵਾਉਣ ਦੀ ਗੁੰਜਾਇਸ਼ ਹੋਵੇ। ਉਹਨਾਂ ਦੱਸਿਆ ਕਿ ਲੋਕ ਅਦਾਲਤਾਂ ਨਾਲ ਜਿੱਥੇ ਕੇਸਾਂ ਦਾ ਨਿਪਟਾਰਾ ਛੇਤੀ ਹੁੰਦਾ ਹੈ ਉੱਥੇ ਕੇਸ ਲੜ ਰਹੀਆਂ ਦੋਵੇਂ ਪਾਰਟੀਆਂ ਵਿੱਚ ਆਪਸੀ ਰੰਜਿਸ਼ ਵੀ ਘਟਦੀ ਹੈ। ਉਹਨਾਂ ਕਿਹਾ ਕਿ ਲੋਕ ਅਦਾਲਤਾਂ ਨਾਲ ਸਮੇਂ ਦੀ ਬਚਤ ਹੁੰਦੀ ਹੈ। ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹਨਾਂ ਲੋਕ ਅਦਾਲਤਾਂ ਸੰਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਪ੍ਰਚਾਰ ਵੀ ਕੀਤਾ ਜਾਂਦਾ ਹੈ ਤਾਂ ਜੋ ਲੋਕ ਵੱਧ ਤੋਂ ਵੱਧ ਲੋਕ ਅਦਾਲਤਾਂ ਦਾ ਲਾਭ ਲੈ ਸਕਣ ਅਤੇ ਕੇਸਾਂ ਦਾ ਨਿਪਟਾਰਾ ਸੁਖਾਲੇ ਢੰਗ ਨਾਲ ਕਰ ਸਕਣ। ਇਹ ਲੋਕ ਅਦਾਲਤ ਫਰੂਟਫੁਲ ਸਾਬਤ ਹੁੰਦੀ ਹੈ ਕਿਉਂਕਿ ਇੱਕ ਲੋਕ ਅਦਾਲਤ ਦਾ ਇਹ ਫਾਇਦਾ ਹੈ ਕਿ ਇਹਦੇ ਵਿੱਚ ਜਿਹੜਾ ਆਪਾਂ ਝਗੜੇ ਦਾ ਫੈਸਲਾ ਹੁੰਦਾ ਉਹਦੇ ਵਿੱਚ ਦੋਨੋਂ ਪਾਰਟੀਆਂ ਆਪਣੇ ਆਪ ਨੂੰ ਜਿੱਤਿਆ ਹੋਇਆ ਮਹਿਸੂਸ ਕਰਦੀਆਂ। ਪੰਜਾਬ ਵਿੱਚ 729 ਕੋਲਡ ਚੇਨ ਪੁਆਇੰਟਾਂ ਨਾਲ ਕੋਵਿਡ ਵੈਕਸੀਨ ਦੀ ਸ਼ੁਰੂਆਤ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਕੋਵਿਡ ਵੈਕਸੀਨ ਦੀ ਵਰਤੋਂ ਲਈ ਸੂਬੇ ਦੀ ਰਣਨੀਤੀ ਵਿੱਚ ਦੂਜੇ ਸੀਰੋ ਸਰਵੇਖਣ ਲਈ ਨਤੀਜੇ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਉੱਚ ਜੋਖਮ ਵਾਲੀ ਆਬਾਦੀ ਨੂੰ ਤਰਜੀਹੀ ਆਧਾਰ ਤੇ ਕਵਰ ਕੀਤਾ ਜਾ ਸਕੇ। ਸੂਬੇ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਵਰਚੁਅਲ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਤਰਜੀਹੀ ਆਧਾਰ ਤੇ ਤਿਆਰ ਸੂਚੀਆਂ ਤੇ ਡਾਟਾਬੇਸ, ਕੋਲਡ ਚੇਨ ਪ੍ਰਬੰਧਨ ਲਈ ਬੁਨਿਆਦੀ ਢਾਂਚੇ, ਟੀਕਾਕਰਨ ਵਾਲਿਆਂ ਦੀ ਪਛਾਣ ਅਤੇ ਸਿਖਲਾਈ ਦੇ ਰੂਪ ਵਿੱਚ ਵੈਕਸੀਨ ਦੀ ਸ਼ੁਰੂਆਤ ਲਈ ਸੂਬੇ ਦੀਆਂ ਤਿਆਰੀਆਂ ਦਾ ਜ਼ਿਕਰ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟੀਕਾਕਰਨ ਅਤੇ ਟੀਕਾਕਰਨ ਵਾਲੀ ਥਾਂ ਦੀ ਸੁਰੱਖਿਆ ਕਰਨ ਤੋਂ ਇਲਾਵਾ ਸਹੀ ਅਤੇ ਸਮੇਂ ਸਿਰ ਜਾਣਕਾਰੀ ਦਾ ਆਦਾਨ ਪ੍ਰਦਾਨ ਵੈਕਸੀਨ ਦੀ ਸਹੀ ਵਰਤੋਂ ਲਈ ਮਹੱਤਵਪੂਰਨ ਨੇ ਜਿਸ ਦੇ ਭਾਰਤ ਵਿੱਚ ਜਲਦ ਉਪਲਬਧ ਹੋਣ ਦੀ ਉਮੀਦ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਵੈਕਸੀਨ ਦੀ ਵੰਡ ਲਈ ਇੱਕ ਸੂਬਾ ਪੱਧਰੀ, 22 ਜ਼ਿਲ੍ਹਾ ਪੱਧਰੀ ਅਤੇ 127 ਬਲਾਕ ਪੱਧਰੀ ਵੈਕਸੀਨ ਸਟੋਰ ਤਿਆਰ ਕੀਤੇ ਜਾ ਰਹੇ ਨੇ। ਇਹਨਾਂ ਵਿੱਚ 570 ਕੋਲਡ ਚੇਨ ਪੁਆਇੰਟ ਹੋਣਗੇ। ਫਿਰੋਜ਼ਪੁਰ ਵਿੱਚ ਇੱਕ ਵਾਕ ਇਨ ਫਰੀਜ਼ਰ ਤੋਂ ਇਲਾਵਾ ਭਾਰਤ ਸਰਕਾਰ ਨੇ ਚੰਡੀਗੜ੍ਹ ਵਿੱਚ ਇੱਕ ਹੋਰ ਅਜਿਹਾ ਵਾਕ ਇਨ ਫਰੀਜ਼ਰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਕੋਲ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿੱਚ ਇੱਕ ਵਾਕ ਇਨ ਕੂਲਰ ਹੋਵੇਗਾ ਅਤੇ ਕੇਂਦਰ ਵੱਲੋਂ ਹੋਰ ਪ੍ਰਾਪਤ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਸੂਬੇ ਕੋਲ 1165 ਆਈਸ ਲਾਈਨਡ ਰੈਫਰੀਜਰੇਟਰ ਅਤੇ 1079 ਡੀਪ ਫਰੀਜ਼ਰ ਵੀ ਹੋਣਗੇ। ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹਿਲੇ ਪੜਾਅ ਦੇ ਟੀਕਾਕਰਨ ਲਈ ਸੂਬਾ ਸਰਕਾਰਾਂ ਵੱਲੋਂ ਤਕਰੀਬਨ 1,25,000 ਹੈਲਥ ਕੇਅਰ ਵਰਕਰਾਂ ਜਿਨ੍ਹਾਂ ਵਿੱਚ ਸਰਕਾਰੀ ਅਤੇ ਨਿੱਜੀ ਵਰਕਰ ਵੀ ਸ਼ਾਮਲ ਨੇ ਦਾ ਡਾਟਾ ਤਿਆਰ ਕੀਤਾ ਗਿਆ ਹੈ। ਸੂਬੇ ਵਿੱਚ ਵੈਕਸੀਨ ਵੰਡ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਚੁੱਕੇ ਜਾ ਰਹੇ ਹੋਰ ਕਦਮਾਂ ਵਿੱਚ ਟੀਕਾਕਰਨ ਕਰਨ ਵਾਲਿਆਂ ਦੀ ਮੈਪਿੰਗ, ਜ਼ਿਲ੍ਹੇ ਵਿੱਚ ਡਿਜੀਟਲ ਪਲੇਟਫਾਰਮ ਸਿਖਲਾਈ, ਵੈਕਸੀਨ ਇਨਵੈਂਟਰੀ ਮੈਨੇਜਮੈਂਟ ਅਤੇ ਤਾਲਮੇਲ ਲਈ ਸਿਖਲਾਈ ਪ੍ਰਾਪਤ ਕਰਮਚਾਰੀ ਸ਼ਾਮਲ ਨੇ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ, ਨਮਸਕਾਰ।